ਦੇ ਵਿੱਚ ਹੀ सोमवार ਨੂੰ किसान संगठनां ने ਵੱਡਾ ਐਲਾਨ ਕੀਤਾ ਹੈ। संयुक्त किसान मोर्चे ਦੇ ਵੱਲੋਂ 15 अगस्त ਨੂੰ ਦੇਸ਼ ਭਰ ਦੇ ਵਿੱਚ ਹੀ ਟਰੈਕਟਰ ਮਾਰਚ ਕੱਢਣ ਦਾ ਐਲਾਨ ਕਰ ਦਿੱਤਾ ਗਿਆ। ਦਰਅਸਲ ਕਿਸਾਨ ਆਗੂਆਂ ਵੱਲੋਂ ਸਾਰੀਆਂ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਦਾ ਮੁਕੰਮਲ ਪ੍ਰੋਗਰਾਮ ਜਾਰੀ ਕੀਤਾ ਗਿਆ। ਦਿੱਲੀ ਦੇ ਵਿੱਚ ਇਸ ਦਾ ਐਲਾਨ ਕੀਤਾ ਗਿਆ। ਦੱਸਦੀ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ 1 ਅਗਸਤ ਤੋਂ ਲੈ ਕੇ 22 ਸਤੰਬਰ ਤੱਕ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਿਸਾਨ ਪੰਜਾਬ ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੇ ਵੱਲੋਂ ਵੱਖ-ਵੱਖ ਪਾਰਟੀ ਦੇ ਜਿਹੜੇ ਸੰਸਦ ਮੈਂਬਰ ਸੀ ਉਹ ਵੀ ਮੌਜੂਦ ਸਨ, ਜਿਨ੍ਹਾਂ ਵੱਲੋਂ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਸੰਸਦ ਦੇ ਵਿੱਚ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇਗਾ। ਕਿਸਾਨ ਆਗੂਆਂ ਦਾ ਕਹਿਣਾ ਕਿ 31 ਅਗਸਤ ਨੂੰ ਸਾਡੇ ਅੰਦੋਲਨ ਦੇ 200 ਦਿਨ ਪੂਰੇ ਹੋ ਜਾਣਗੇ ਤੇ ਇਸ ਮੌਕੇ ਕਿਸਾਨ ਸਰਹੱਦ ਤੇ ਇਕੱਠੇ ਹੋਣਗੇ। ਜਦੋਂ ਸ਼ੰਭੂ ਬਾਰਡਰ ਤੇ ਹੋਰ ਬਾਰਡਰ ਖੁੱਲਣਗੇ ਤਾਂ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਮੰਗ ਪੱਤਰ ਦਾ ਡਰਾਫਟ ਬਣਾ ਕੇ ਦਿੱਤਾ ਜਾਵੇ। ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਸਪੀਕਰ ਸਾਹਿਬਾਨ ਨੂੰ ਪੱਤਰ ਸੌਂਪ ਕੇ ਬਹਿਸ ਦਾ ਮੁੱਦਾ ਬਣਾਉਣਗੇ। ਕੀਤੇ ਗਏ ਦੇਖੋ फैसले तो जो दोनों फोरमां ने किए 1 अगस्त ਨੂੰ देश भर च अर्थीਆਂ ਸਾੜਾਂਗੇ मोदी सरकार ਦੀਆਂ ਜਿਹੜਾ ਸਨਮਾਨ ਉਹ ਹਰਿਆਣੇ ਦੇ ਅਧਿਕਾਰੀਆਂ ਦੇ ਕਰ ਰਹੇ ਵੀ ਸਨਮਾਨ ਨਹੀਂ ਹੋਣਾ ਚਾਹੀਦਾ। ਉਦੋਂ ਹੀ ਲੰਗੇ ਮਾਰਚ ਕਰਾਂਗੇ MSP ਗਰੰਟੀ ਕਾਨੂੰਨ ਲਈ। 15 ਅਗਸਤ ਨੂੰ ਟਰੈਕਟਰ ਮਾਰਚ ਹੋਊਗਾ। 15 ਅਗਸਤ ਨੂੰ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਉਹਨਾਂ ਦੀਆਂ ਕਾਪੀਆਂ ਸਾੜਾਂਗੇ। 31 ਅਗਸਤ ਨੂੰ ਸ਼ੰਭੂ ਖਰੋੜੇ ਦੇ ਵੱਡੇ ਬਾਰਡਰਾਂ ਤੇ ਲੱਖਾਂ ਦੇ ਇਕੱਠ ਕਰਾਂਗੇ। ਉਹਦੇ ਵਾਸਤੇ ਉੱਤਰ ਭਾਰਤ ਦੇ ਲੋਕਾਂ ਨੂੰ ਮਿਲਦਾ ਸੱਦਾ ਦਿੰਦੇ ਕਿਸਾਨਾਂ ਮਜ਼ਦੂਰਾਂ ਨੂੰ। ਔਰ ਇਹ ਤੋਂ 1 ਸਤੰਬਰ ਨੂੰ ਯੂਪੀ ਦੀ ਰੈਲੀ, 15 ਤੇ 22 ਸਤੰਬਰ ਨੂੰ ਹਰਿਆਣੇ ਵਿੱਚ ਵੱਡੀਆਂ ਮਹਾਰੈਲੀਆਂ। सांसदां नाल भी मीटिंग की गई है। हाँ इत्थे लगभग तुहाडे सामने 15-16 संसद आए सी ਵੱਖ-ਵੱਖ पार्टियां दे विच आम आदमी, कांग्रेस, शिव सेना, आदिवासी पार्टी दी, नैशनल कॉन्फ्रेंस, समाजवादी पार्टी ते होर पार्टियां ने उन्हां गाड़ी असीं मीटिंग नहीं कीती। उन्हां गाड़ी उन्हां नूं की MSP लीगल गरंटी ग्रीन हैगा की साडीਆਂ ਮੰਗਾਂ ਹੈਗੀਆਂ ਉਹ ਚਾਹੁੰਦੇ ਸੀ ਗੱਲ ਕਰਨਾ ਸੀ ਉਹਨਾਂ ਨੂੰ ਲੈ ਕੇ ਗੱਲ ਕਰ। ਤੇ ਜਿਹੜਾ ਟਰੈਕਟਰ ਮਾਰਚ ਤੁਸੀਂ ਗੱਲ ਕੀਤੀ ਆ ਉਹ ਪੰਜਾਬ ਦੇ ਵਿੱਚ ਹੀ ਹੋਏਗਾ ਜਾਂ ਦੇਸ਼ ਭਰ ਵਿੱਚ ਪੂਰੇ ਦੇਸ਼ ਭਰ ਵਿੱਚ? ਦਿੱਲੀ ਦੇ ਵਿੱਚ ਵੀ ਕੋਈ ਤਿਆਰੀ ਹੈ ਟਰੈਕਟਰ? ਹਾਂ ਦਿੱਲੀ ਵਿੱਚ ਜੇ ਸਾਡੇ ਸੰਗਠਨ ਹੋਣਗੇ ਤੇ ਕਰਾਂਗੇ। ਤੇ MPs ਨੇ ਕੀ ਰਣਨੀਤੀ ਤੈਅ ਕੀਤੀ ਹੈ ਉਹ ਤੁਹਾਡੇ ਨਾਲ ਜੇ ਕਹਿੰਦੇ ਨੇ? MPs ਦਾ ਜਿਹੜਾ ਵਧੀਆ ਵਾ ਵੀ ਚੱਲ ਅਸੀਂ NDA ਵੱਲੋਂ ਹੀ ਸਾਰਾ ਮਸਲਾ ਜਿਹੜਾ ਵਾ ਜੁਆਇੰਟਲੀ ਚੱਕਾਂਗੇ ਤੁਹਾਡਾ ਕਿਸਾਨਾਂ ਮਜ਼ਦੂਰਾਂ ਦਾ। ਨਹੀਂ NDA ਦੇ ਇੰਡੀਆ ਗੱਠਜੋੜ ਤੋਂ ਇਲਾਵਾ ਹੋਰ ਵੀ ਪੰਜਾਬ ਦੇ ਵਿੱਚ ਪਾਰਟੀਆਂ ਨੇ ਜੋ ਕਿਸਾਨਾਂ ਦੀ ਹਮਾਇਤ ਦੀ ਗੱਲ ਕਰਦੀਆਂ ਨੇ। ਲੇਕਿਨ ਅਕਾਲੀ ਦਲ ਦੇ ਮੈਂਬਰਸ ਵੀ ਆਏ ਸੀਗੇ, ਉਹਨਾਂ ਵੀ ਆਪਣੇ ਪੱਤਰ ਤੇ ਕਿਹਾ ਵੀ ਅਸੀਂ ਜੁਆਇੰਟਲੀ ਸਾਰੇ ਰਲ ਕੇ, ਕੱਲੇ ਦੀ ਸ਼ਾਇਦ ਸੁਣੀ ਨਾ ਜਾਵੇ, ਰਲ ਕੇ ਯਤਨ ਕਰਾਂਗੇ ਵੀ ਕਿਸਾਨਾਂ ਦੇ ਮੁੱਦੇ ਤੇ ਸਹੀ ਪੱਖ ਰੱਖੇ। ਤੇ ਹੋਰ ਉਹਨਾਂ ਨੇ ਦਾਅਵਾ ਵੀ ਕੀਤਾ ਕਿ ਪਾਰਟੀ ਦੇ ਵੱਡੇ ਲੀਡਰਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਈ ਜਾਏਗੀ। ਤੇ ਉਸ ਸਾਲ ਦੇ ਠੀਕ ਹੈ ਉਹਨਾਂ ਨੇ ਕਿਹਾ ਦੇਖੋ ਹੁਣ ਕਹਿੰਦੇ ਵੀ ਜੁਆਇੰਟਲੀ ਕਰ ਲਈਏ। ਇਸ ਕਰਕੇ ਪਾਰਟੀ ਦੇ ਮੁਖੀਆਂ ਨੂੰ ਅਸੀਂ ਕਿਹਾ ਵੀ ਆ ਕੁਝ ਦੇ ਟਾਈਮ ਸੈੱਟ ਹੋਵੇ, ਕੁਝ ਦੇ ਹੋਣੇ ਆ, ਅਸੀਂ ਪਾਰਟੀ ਮੁਖੀਆਂ ਨੂੰ ਮਿਲ ਲਾਂਗੇ। ਜੇ ਪਾਰਟੀ ਲੈਵਲ ਤੇ ਕਿਹਨਾਂ ਨਾਲ ਹਾਲੇ ਤੱਕ ਰਾਬਤਾ ਹੋਇਆ ਕਿ ਮਿਲਣ ਜਾ ਸਕਦੇ? ਇੱਕ ਤਾਂ ਮੇਰੇ ਖਿਆਲ ਆਮ ਆਦਮੀ ਪਾਰਟੀ ਨਾਲ ਮਿਲ ਜਾ ਹੀ ਰਹੇ ਆ। ਕਿਹਨਾਂ ਨੂੰ ਮਿਲਣ ਜਾ ਰਹੇ ਹੋ? ਆਮ ਸੰਜੇ ਸਿੰਘ ਜਿਹੜੇ ਇਸ ਵੇਲੇ ਨੇ ਉਹਨਾਂ ਦੇ ਮੁਖੀ ਜੀ, ਔਰ ਹੋਰ ਵੀ ਪਾਰਲੀਮੈਂਟਸ ਹੋਣਗੇ ਉਹਨਾਂ ਦੇ ਨਾਲ। ਔਰ ਇਹਦੇ ਨਾਲ ਹੁਣ ਕਾਂਗਰਸ ਦਾ ਕਦੋਂ ਟਾਈਮ ਬਣਦਾ ਜਾਂ SP ਨਾਲ ਵੀ ਗੱਲ, ਉਹਨਾਂ ਦਾ ਫੋਨ ਆਇਆ ਵੀ ਅਸੀਂ ਵੀ ਤੁਹਾਨੂੰ ਟਾਈਮ ਦਾਂਗੇ। ਮਲਿਕਾਰਜੁਨ ਖੜਗੇ ਜੀ ਜਾਂ ਫਿਰ ਰਾਹੁਲ ਗਾਂਧੀ ਨਾਲ ਮੁਲਾਕਾਤ ਹੋ ਸਕਦੀ? ਦੇਖੋ ਇਹ ਤਾਂ ਮੌਕੇ ਮੁਨਾਸਬ ਹੋਊਗਾ, ਰਾਹੁਲ ਜੀ ਕਿ ਖੜਗੇ ਜੀ ਆ। ਠੀਕ ਆ, ਆਪਾਂ ਕੁਛ ਕਰਾਂਗੇ ਤਾਂ ਤਮਿਲਨਾਡੂ ਦੀ ਪਾਰਟੀ ਨਾਲ ਵੀ ਮਿਲਣਾ, ਵੀ ਜਿੰਨੇ ਵੱਡੇ ਨੰਬਰ ਸਾਰੀਆਂ ਪਾਰਟੀਆਂ ਨੂੰ ਤੇ ਮੁਖੀਆਂ ਨੂੰ ਮਿਲਿਆ। ਸ਼ਿਵ ਸੈਨਾ ਦੇ ਬੰਦੇ ਖੁਦ ਆ ਕੇ ਸੋ ਇੰਚਾਰਜ ਸੀਗੇ, ਉਹਨਾਂ ਨੂੰ ਅਸੀਂ ਮਿਲ ਹੀ ਲਿਆ। ਪੰਦੇਰ ਜੀ ਕੱਲ ਬਜਟ ਪੇਸ਼ ਹੋਣਾ, ਕੋਈ ਕਿਸਾਨਾਂ ਨੂੰ ਉਮੀਦ ਹੈ ਕਿ ਕਿਸਾਨਾਂ ਦੇ ਪੱਖ 'ਚ ਕੋਈ ਉਮੀਦ ਨਹੀਂ। ਅਸੀਂ ਕਹਿੰਦੇ 60% ਕਿਸਾਨਾਂ ਮਜ਼ਦੂਰਾਂ 60 ਹੋਣਾ ਚਾਹੀਦਾ। ਕਿਸਾਨਾਂ ਮਜ਼ਦੂਰਾਂ ਦੀ ਆਬਾਦੀ 60% ਹੈ, ਪਰ ਉੱਥੇ ਸਾਡਾ ਹਿੱਸਾ 3% ਹੁੰਦਾ। ਉਹ ਬਜਟ ਕੱਲ੍ਹ ਦਾ ਕਾਰਪੋਰੇਟਲੀ ਹੋਣਾ ਚਾਹੀਦਾ। ਆਸਥਾ ਰੱਖਣੀ ਚਾਹੀਦੀ ਵੀ ਮੋਦੀ ਸਰਕਾਰ ਜੇ ਸਾਡੀਆਂ ਮੰਗਾਂ ਮੰਨਣਾ ਚਾਹੁੰਦੀ ਹੈ ਤੇ ਕੱਲ੍ਹ ਦੇ ਬਜਟ ਵਿੱਚ ਉਹਦਾ ਪ੍ਰਾਵਧਾਨ ਕਰੇ, ਬਜਟ ਵਿੱਚ ਹਿੱਸਾ ਰੱਖੇ। ਤੇ ਜਿਸ ਤਰੀਕੇ ਨਾਲ ਮੋਦੀ ਸਰਕਾਰ ਦਾਅਵੇ ਕਰਦੀ ਹੈ ਉਹ ਕਿਹੜੇ ਕਿਸਾਨ ਮੰਨੇ ਜਾਂਦੇ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਕਿਸ਼ਤਾਂ ਜਾਂਦੀਆਂ ਨੇ? ਦੇਖੋ ਜੇ ਸਰਕਾਰ ਦੇ ਰਹੀ ਹੈ ਤਾਂ ਬਹੁਤ ਥੋੜਾ ਵਾ। ਮੰਨ ਲਓ ਤੁਸੀਂ ਰੁਪਈਆ ਸਾਨੂੰ ਦੇ ਦਿਓ ਤੇ 99 ਸਾਡੇ ਖਾ ਲਓ, ਉਹਦਾ ਬੈਨੀਫਿਟ ਨਹੀਂ ਹੈਗਾ। ਅਸੀਂ ਤਾਂ ਕਹਿੰਦੇ ਸਾਨੂੰ ਪੈਰਾਂ ਸਿਰ ਖੜ ਕਰੋ, ਸਾਡੀ ਪੈਦਾਵਾਰ ਦਾ ਸਹੀ ਮੁੱਲ ਦਿਓ ਸਾਨੂੰ, ਬਾਕੀ ਗੱਲਾਂ ਬਾਦੀਆਂ ਨੇ। ਤੇ ਜਿਸ ਤਰੀਕੇ ਨਾਲ 17,000 ਰੁਪਏ ਦੀ ਗੱਲ ਕਰਦੀ ਹੈ ਸਰਕਾਰ ਕਿ ਫੀਡ ਤੁਸੀਂ ਚੇਂਜ ਕਰਦੇ ਹੋ, ਉਸ ਹਿਸਾਬ ਨਾਲ ਕਿਸਾਨ ਦੇਖੋ ਤਾਂ ਜਿਹੜਾ ਆਮ ਆਦਮੀ ਪਾਰਟੀ ਨੇ ਝੋਨਾ ਤਾਂ ਲੋਕਾਂ ਲਾ ਲਿਆ, ਉਹਦਾ ਫਾਇਦਾ ਕੀ ਹੈ? ਦੇਖਾਂਗੇ ਮਿਲਦਾ ਵੀ ਕਿ ਨਹੀਂ ਮਿਲਦਾ। ਡਾਇਵਰਸੀਫਿਕੇਸ਼ਨ ਐ ਨਹੀਂ ਹੋਣਾ, ਦੂਜੀਆਂ ਫਸਲਾਂ ਦੀ MSP ਗਿਣਤੀ ਕਾਨੂੰਨ ਪ੍ਰਾਂਤਨ ਫਿਰ ਹੋ ਜਾਊ। ਪੰਦੇਰ ਜੀ ਲਖਮੀਪੁਰ ਖੀਰੀ ਮਾਮਲੇ 'ਚ ਅੱਜ ਮਿਸ਼ਰ ਸੈਣੀ ਦੇ ਮੁੰਡੇ ਨਾਲ ਜ਼ਮਾਨਤ ਮਿਲੀ ਸੁਪਰੀਮ ਕੋਰਟ ਵੱਲੋਂ। ਉਹ ਫੈਸਲੇ ਨਾਲ ਸਾਡੇ ਹਿਰਦੇ ਜਿਹੜੇ ਆ ਮਤਲਬ ਮਾਯੂਸੀ ਹੋਈ ਆ ਸਾਨੂੰ ਨਿਆਂਪਾਲਿਕਾ ਤੋਂ ਵੀ। ਅਸੀਂ ਉਹਦਾ ਇਨਸਾਫ ਲੈਣ ਲਈ ਸੰਘਰਸ਼ ਲਗਾਤਾਰ ਜਾਰੀ ਰੱਖਾਂਗੇ। ਜਿਨ੍ਹਾਂ ਨੇ ਗੱਡੀਆਂ ਥੱਲੇ ਦੇ ਕੇ ਸਾਡੇ ਕਤਲ ਕੀਤੇ ਕਿਸਾਨਾਂ ਨੂੰ, ਉਹਨਾਂ ਨੂੰ ਇਸ ਤਰ੍ਹਾਂ ਨਾਲ ਜ਼ਮਾਨਤ ਨਹੀਂ ਮਿਲਣੀ ਚਾਹੀਦੀ। ਤਿਆਰੀ ਹੈ ਸਾਡੀ, ਅਸੀਂ ਕਿਸਾਨਾਂ ਦੇ ਨਾਲ ਹੈ।
ਕਿਸੇ ਪ੍ਰਕਾਰ ਦੀ ਕੋਈ ਜ਼ਾਤੀ ਧੱਕਾ ਨਹੀਂ ਹੋਣ ਦਿਆਂਗੇ। ਜਿੱਥੋਂ ਤੱਕ ਪ੍ਰਾਈਵੇਟ ਬਿੱਲ ਦਾ ਸਾਰਾ, ਕਈ ਵਾਰੀ ਪ੍ਰਾਈਵੇਟ ਬਿੱਲ ਆਉਣ ਨਹੀਂ ਦਿੱਤਾ ਜਾਂਦਾ, ਸਰਕਾਰ ਦੁਆਰਾ ਮਾਈਕ ਨਹੀਂ ਖੋਲ੍ਹਿਆ ਜਾਂਦਾ, 0 ਆਰ 'ਚ ਬੋਲਣ ਨਹੀਂ ਦਿੱਤਾ ਜਾਂਦਾ, ਪਰ ਸਾਰਿਆਂ ਨੇ ਆਪਦੀ ਸਹਿਮਤੀ ਜਤਾਈ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਰਾਹੁਲ ਜੀ ਨੂੰ ਵੀ ਕਵਾਂਗੇ, ਰਾਹੁਲ ਜੀ ਵੀ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਮਿਲਣਗੇ ਔਰ ਜਿਹੜਾ ਇਹਨਾਂ ਨੇ ਮੈਮੋਰੈਂਡਮ ਦਿੱਤਾ ਉਹਦੇ ਤੇ ਅਸੀਂ ਡਟ ਕੇ ਲੜਾਈ ਲੜਾਂਗੇ। ਇਹ ਸਰਾਸਰ ਦੇਸ਼ ਦੇ ਕਿਸਾਨਾਂ ਦਾ ਧੱਕਾ ਤੇ ਜ਼ਾਸਤੀ। ਉਹਨਾਂ ਨੇ ਆਪਣੀਆਂ ਗੱਲਾਂ ਰੱਖ ਦਿੱਤੀਆਂ ਨੇ, ਤੁਹਾਡੇ ਐਮਪੀਜ਼ ਦੀ ਕੀ ਰਣਨੀਤੀ ਬਣੀ ਹੈ ਕਿ ਸੰਸਦ 'ਚ ਕਿਸ ਤਰ੍ਹਾਂ ਗੱਲ ਕਰੋ? ਦੇਖੋ, ਅਸੀਂ ਜਿਹੜੇ ਇੰਡੀਆ ਅਲਾਈਅੰਸ ਦੇ ਲੋਕ ਸੀ ਉਹ ਤਾਂ ਸਾਰੇ ਲੋਕ ਅਸੀਂ ਇਸ ਕਿਤੇ ਇਕੱਠੇ ਹਾਂ ਕਿ ਅਸੀਂ ਰਲ ਕੇ ਅਗਰ ਇੱਕ ਆਵਾਜ਼ 'ਚ ਬੋਲਾਂਗੇ ਤਾਂ ਮੈਨੂੰ ਲੱਗਦਾ ਜ਼ਿਆਦਾ ਬਿਹਤਰੀਨ ਹੋਏਗਾ ਜਿੰਨੇ ਵੀ ਆਪੋਜੀਸ਼ਨ ਦੇ ਹੈਗੇ ਆ। ਸੋ ਇਸੇ ਕਰਕੇ ਅਸੀਂ ਇਹ ਗੱਲ ਕਹੀ ਕਿ ਅਲੱਗ-ਅਲੱਗ ਪਾਰਟੀਆਂ ਦੇ ਮੁਖੀਆਂ ਨੂੰ ਵੀ ਮਿਲਿਆ ਜਾਵੇ, ਅਖਿਲੇਸ਼ ਯਾਦਵ ਜੀ ਆ ਜਾਂ ਕੋਈ ਹੋਰ ਲੋਕ ਨੇ, ਉਹਨਾਂ ਨੂੰ ਮਿਲ ਕੇ ਤੇ ਫਿਰ ਇੱਕ ਰਣਨੀਤੀ ਬਣਾ ਕੇ ਅਸੀਂ ਲੋਕ ਜ਼ੋਰਦਾਰ ਤਰੀਕੇ ਦੇ ਨਾਲ ਕਿਸਾਨ ਭਰਾਵਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਦੀ ਅਸੀਂ ਲੜਾਈ ਦੇਸ਼ ਦੀ ਸੰਸਦ ਵਿੱਚ ਲੜਾਂਗੇ। ਬਿਲਕੁਲ, ਪ੍ਰਾਈਵੇਟ ਮੈਂਬਰ ਬਿੱਲ ਸਰਕਾਰ ਦਾ ਇੱਛਾ ਹੁੰਦੀ ਹੈ ਤਾਂ ਆਉਣ ਦਿੰਦੀ ਹੈ, ਇੱਛਾ ਹੁੰਦੀ ਹੈ ਤਾਂ ਨਹੀਂ ਆਉਣ ਦਿੰਦੀ, ਲੇਕਿਨ ਆਪੋਜੀਸ਼ਨ ਬਿੱਲ ਲੈ ਕੇ ਆ ਸਕਦੀ ਹੈ, ਆਉਣ ਦੇਣਾ ਜਾਂ ਨਾ ਆਉਣ ਦੇਣਾ ਉਹਨਾਂ ਦਾ ਕੰਮ ਹੈ। ਸੋ ਇਸੇ ਕਰਕੇ ਅਸੀਂ ਕਿਹਾ ਵੀ ਅਲੱਗ-ਅਲੱਗ ਪ੍ਰਾਈਵੇਟ ਬਿੱਲ ਦੇਣ ਦੀ ਬਜਾਏ ਆਪਾਂ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਇੱਕ ਪ੍ਰਾਈਵੇਟ ਸਾਰੀਆਂ ਪਾਰਟੀਆਂ ਇੰਡੀਆ ਅਲਾਈਅੰਸ, ਇੰਡੀਆ ਗਠਬੰਧਨ ਬਿੱਲ ਲੈ ਕੇ ਆਵੇ ਤਾਂ ਜੋ ਇੱਕ 'ਚ ਬਰਕਤ ਵੀ ਹੁੰਦੀ ਹੈ ਔਰ ਸਾਰੇ ਜਾਣੇ ਜੇ ਇਕੱਠੇ ਲੜਦੇ ਦਿਖਾਈ ਦੇਵਾਂਗੇ ਔਰ ਹੀ ਗੱਲਬਾਤ ਹੀ ਕੁਝ ਹੋ ਰਹੀ। ਭਾਈ ਕਿਸਾਨਾਂ ਦੀ ਲੜਾਈ ਇਸੇ ਤਰੀਕੇ ਨਾਲ ਲੜੀ ਜਾਏਗੀ, ਖਾਸ ਤੌਰ ਤੇ ਕਿਉਂਕਿ ਇੰਡੀਆ ਗਠਬੰਧਨ ਨੰਬਰ ਜ਼ਿਆਦਾ ਨੇ ਤੁਹਾਡੇ। 100% ਇਹ ਨੰਬਰ ਦੀ ਗੱਲ ਨਹੀਂ ਹੈ, ਬੰਦੇ 'ਚ ਦਮ ਹੋਣਾ ਚਾਹੀਦਾ, ਉਹ ਇਕੱਲਾ ਵੀ ਲੜਾਈ ਲੜ ਸਕਦਾ। ਅਸੀਂ ਲੋਕ ਪਹਿਲੇ ਦਿਨ ਹੀ ਕਿਸਾਨਾਂ ਦੀ ਗੱਲ ਕੀਤੀ, ਅਸੀਂ ਆਖਿਆ ਜਿਸ ਪ੍ਰਕਾਰ ਅੱਜ ਇੱਕ ਨਵੀਂ ਗੱਲ ਪਤਾ ਲੱਗੀ ਕਿ ਹਰਿਆਣਾ ਦੇ ਅੰਦਰ ਕੁਝ ਪੁਲਿਸ ਵਾਲੇ ਲੋਕਾਂ ਨੂੰ ਜਿਹੜੇ ਅੰਬਾਲਾ ਦੇ ਐਸਪੀ ਸੀ ਉਹਨਾਂ ਨੂੰ ਇਸ ਕਰਕੇ ਸਨਮਾਨਿਤ ਕੀਤਾ ਗਿਆ ਹੈ ਕਿ ਉਹਨਾਂ ਨੇ ਕਿਸਾਨਾਂ ਨੂੰ ਰੋਕਿਆ, ਕਿਸਾਨਾਂ ਦੇ ਗੋਲੀਆਂ ਚਲਾਈਆਂ, ਅੱਗੇ ਨਹੀਂ ਵਧਣ ਦਿੱਤਾ ਗਿਆ। ਸੋ ਮੈਨੂੰ ਲੱਗਦਾ ਕਿ ਇਹ ਬਹੁਤ ਨਿੰਦਾ ਵਾਲੀ ਗੱਲ ਹੈ, ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਔਰ ਅਗਰ ਇਹ ਗੱਲ ਸੱਚੀ ਹੈ ਤਾਂ ਇਹਦੀ ਅਸੀਂ ਸੰਸਦ 'ਚ ਲੜਾਈ ਲੜਾਂਗੇ। ਪਰ ਮੈਨੂੰ ਲੱਗਦਾ ਕਿ ਕਿਸਾਨਾਂ ਦੇ ਨਾਲ ਹਮੇਸ਼ਾ ਜ਼ਾਸਤੀ ਹੁੰਦੀ ਆਈ ਹੈ। ਦੇਸ਼ ਦਾ ਕਿਸਾਨ ਅੱਜ ਆਪਦੀ ਲੀਗਲ ਗਰੰਟੀ ਵਾਸਤੇ ਸੜਕਾਂ ਤੇ ਬੈਠਾ ਹੈ। ਮੈਨੂੰ ਲੱਗਦਾ ਇਹ ਸਰਾਸਰ ਉਹਨਾਂ ਦਾ ਹੱਕ ਹੈ। ਇਹ ਦੇਸ਼ तमाम ਇਹਨਾਂ ਲੋਕਾਂ ਦਾ ਹੈ, ਇਹ ਨਾ ਕੇਵਲ ਪ੍ਰਧਾਨ ਮੰਤਰੀ ਜੀ ਦਾ, ਨਾ ਕੇਵਲ ਬੀਜੇਪੀ ਦਾ, ਨਾ ਕੇਵਲ ਹੋਰ ਲੋਕਾਂ ਦਾ, ਇਹ तमाम ਲੋਕਾਂ ਦਾ ਦੇਸ਼ ਹੈ ਔਰ ਦੇਸ਼ ਦੇ ਲੋਕਾਂ ਦਾ ਅਧਿਕਾਰ ਹੈ। ਉਹਨਾਂ ਨੂੰ ਦਿੱਲੀ ਨਹੀਂ ਆਉਣ ਦਿੱਤਾ ਜਾ ਰਿਹਾ, ਬਾਰਡਰ ਤੇ ਰੱਖਿਆ ਹੋਇਆ। ਦੱਸੋ ਕਿ ਦਿੱਲੀ ਕਿਸੇ ਦੇ ਬਾਪ ਦੀ ਥੋੜੀ ਹੈ। ਦਿੱਲੀ 'ਚ ਆ ਕੇ ਪ੍ਰਦਰਸ਼ਨ ਕਰ ਸਕਦੇ ਆ, ਡੈਮੋਕ੍ਰੇਸੀ ਹੈ, ਆਪਣੀ ਗੱਲ ਕਰ ਸਕਦੇ ਆ। ਫਿਰ ਲੋਕਤੰਤਰ ਕਰਾ ਹੋਇਆ, ਫਿਰ ਡਿਕਟੇਟਰਸ਼ਿਪ ਹੋਈ ਹੈ। ਭਾਜੀ ਇੱਕ ਖੱਟਕੇ ਸਵਾਲ ਹੈ, 17,500 ਰੁਪਇਆ ਪੰਜਾਬ ਦੀ ਖੇਤੀ ਬਦਲ ਦੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਗੁਰਮੀਤ ਸਿੰਘ ਗੁੱਡੀਆਂ ਦਾ ਇਹ ਬਿਆਨ ਹੈ ਕਿ ਅਸੀਂ ਜੇਕਰ ਕਿਸਾਨ ਝੋਨਾ ਕਣਕ ਛੱਡਣਗੇ ਤਾਂ ਉਹਨਾਂ ਨੂੰ ਦੇਖੋ ਇਹ ਫਾਲਤੂ ਦੀਆਂ ਗੱਲਾਂ, ਇਹ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਤੁਸੀਂ ਦੇਖੋ ਪਹਿਲਾਂ ਮੂੰਗੀ ਤੇ MSP ਦੇਤੀ, ਸਰਕਾਰ ਕੋਲੇ ਪੈਸਾ ਨਹੀਂ ਹੈ ਉਸ ਤਰ੍ਹਾਂ ਨਾਲ। ਪੰਜਾਬ ਸਰਕਾਰ, ਮੈਂ ਅੱਗੇ ਕਹਿੰਦਾ, ਪਹਿਲਾਂ ਕਹਿੰਦੇ ਸੀ 5 ਮਿੰਟਾਂ 'ਚ MSP, ਹੁਣ ਕਹਿੰਦਾ ਅਸੀਂ 17,500 ਅਗਰ ਫਸਲ ਬਦਲੋਗੇ। ਫਿਰ ਕਿਹਾ ਸੀ ਮੂੰਗੀ ਤੇ MSP ਪਿਛਲੀ ਵਾਰੀ 11% ਹੀ ਮੂੰਗੀ MSP ਤੇ ਖਰੀਦੀ ਗਈ ਪੰਜਾਬ ਸਰਕਾਰ ਦੁਆਰਾ, ਇਤਕੀ ਬੋਰੀ ਵੀ ਨਹੀਂ ਖਰੀਦੀ ਗਈ। ਇਹ ਕੇਂਦਰ ਸਰਕਾਰ ਤੋਂ ਬਿਨਾਂ ਨਾਮੁਮਕਿਨ ਹੈ। ਇਹੋ ਜਿਹੀਆਂ ਗੱਲਾਂ ਕਰਨੀਆਂ। 17,000 ਰੁਪਏ ਦੇ ਨਾਲ ਕੌਣ ਫਸਲੀ ਬਦਲੇਗਾ ਬਈ? ਲੱਖ ਰੁਪਇਆ ਚਾਹੀਦਾ ਉਹਨਾਂ ਲੋਕਾਂ ਨੂੰ। ਫਸਲ 'ਚੋਂ ਆਮਦਨ ਹੈ ਜਿਹੜੀ 50-60 ਹਜ਼ਾਰ ਰੁਪਇਆ, ਤੁਸੀਂ ਕਹੋਗੇ ਵੀ ਫਸਲ ਬਦਲੋ, ਕਿਸਾਨ ਨੂੰ ਦਿਓਗੇ ਤਾਂ ਤਦ ਕਿਸਾਨ ਹੋ ਸਕਦਾ ਹੈ ਇਸ ਬਾਰੇ ਵਿਚਾਰ ਵੀ ਕਰ ਲੇ। ਤੁਸੀਂ ਰੋਜ਼ਾਨਾ ਅਗਲਾ ਜਿਹੜਾ ਚੀਜ਼ ਝੋਨਾ ਲਾ ਰਿਹਾ ਹੈ ਤੁਸੀਂ ਉਹਨੂੰ ਬਦਲਾਉਣਾ ਹੈ। ਕਣਕ ਦੇ ਫਸਲੀ ਚੱਕਰ ਤੋਂ ਤੁਸੀਂ ਕਹਿੰਦੇ ਹੋ ਵੀ ਅਸੀਂ ਚਾਹੁੰਦੇ ਹਾਂ ਕਿ ਪੈਡੀ ਬਦਲੋ ਤੇ ਅਸੀਂ 17,000 ਰੁਪਏ ਦੇਵਾਂਗੇ। ਇਹਦੇ ਨਾਲ ਗੱਲ ਨਹੀਂ ਬਣੀ। ਜਾਂ ਤਾਂ 50,000 ਰੁਪਏ ਦਿਓ ਘੱਟੋ ਘੱਟ, ਹੋ ਸਕਦਾ ਕਿਸਾਨ 50,000 ਤੇ ਵੀ ਨਾ ਮੰਨੇ। ਭਾਈ SYL ਨੂੰ ਲੈ ਕੇ ਮੁੱਖ ਮੰਤਰੀ ਨੇ ਕੱਲ੍ਹ ਇੱਕ ਬਿਆਨ ਦਿੱਤਾ ਸੀ ਕਿ ਮਾਮਲਾ ਸਬਜੂਡਿਸ ਹੈ, ਇਸ ਕਰਕੇ ਉਹ ਇਸ ਤੇ ਨਹੀਂ ਬੋਲਦੇ। ਮੁੱਖ ਮੰਤਰੀ ਸਾਹਿਬ ਦਾ ਜਦੋਂ ਦਿਲ ਕਰਦੇ ਆ ਉਦੋਂ ਬੋਲਦੇ ਆ, ਜਦੋਂ ਦਿਲ ਕਰਦਾ ਨਹੀਂ ਬੋਲਦੇ। ਬਥੇਰੇ ਵਾਰੀ ਤਾਂ ਮੈਂ SYL ਤੇ ਮਾਮਲੇ ਤੇ ਬੋਲਦੇ ਵੇਖਿਆ ਔਰ ਬਥੇਰੇ ਵਾਰੀ ਜਿਹੜੇ ਲੋਕ ਜਿਹੜੇ ਮੁੱਦੇ ਕੋਰਟ 'ਚ ਹੈ, ਸਬਜੂਡਿਸ ਹੈ, ਉਹਨਾਂ ਤੇ ਮੁੱਖ ਮੰਤਰੀ ਸਾਹਿਬ ਨਿਰੰਤਰ ਬੋਲਦੇ ਹੈ। ਹੁਣ ਕੀ ਹੋ ਗਿਆ? ਇਹ ਨਾ ਹੋਵੇ ਕਿ ਕੇਂਦਰ ਨੇ ਕੁਝ ਕਿਹਾ ਹੋਵੇ ਇਸ ਕਰਕੇ ਨਾ ਬੋਲਦੇ ਹੋਣ। ਮਾਨਸੂਨ ਸੈਸ਼ਨ ਸਾਡੇ ਨਾਲ ਦੇਖੋ ਜਿਹੜੀ ਇਹ ਬੜੀ ਪੁਰਾਣੀ ਜਿਹੜੀ ਇੰਡੀਅਨ ਗਵਰਨਮੈਂਟ ਨੇ ਜੋ ਐਟਮੋਸਫੀਅਰ ਕ੍ਰੀਏਟ ਕਰ ਦਿੱਤਾ ਹਿੰਦੁਸਤਾਨ 'ਚ, ਇਹ ਪੰਜਾਬ ਕੱਲੇ ਦੀ ਮੰਗ ਨਹੀਂ, ਇਹ ਪੂਰੇ ਹਿੰਦੁਸਤਾਨ ਦੀ ਮੰਗ ਹੈ। ਔਰ ਇਹਦੇ ਉੱਪਰ ਸਾਨੂੰ ਪ੍ਰਾਈਵੇਟ ਬਿੱਲ ਦੀ ਨਾਲ ਸਾਨੂੰ ਪੂਰੀ ਆਪੋਜੀਸ਼ਨ ਨੂੰ ਇਕੱਠਿਆਂ ਹੋ ਕੇ ਇਹਦੇ ਬਾਰੇ ਉਹਦੇ ਪਾਰਲੀਮੈਂਟ 'ਚ ਬੋਲਣਾ ਪਏਗਾ ਔਰ ਦੱਸਣਾ ਪਏਗਾ ਕਿ ਜਿਹੜੇ ਕਿਸਾਨ ਉੱਥੇ ਬਾਰਡਰ ਤੇ ਬੈਠੇ ਨੇ, ਪੂਰੇ ਹਿੰਦੁਸਤਾਨ ਦੇ ਕਿਸਾਨ ਇੱਧਰ ਦੇਖ ਰਹੇ ਨੇ ਕਿ ਸਾਡੀ ਜਿਹੜੀ MSP ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਕਰੋ। ਪਰ ਅੱਜ ਜਿਹੜੀ ਨਵੀਂ ਗੱਲ ਆਈ ਹੈ ਕਿ ਸਭ ਤੋਂ
ਖਤਰਨਾਕ ਗੱਲ ਹੈ ਕਿ ਜਿਹੜੇ ਆਦਮੀਆਂ ਨੇ ਉੱਥੇ ਖਨੌਰੀ ਬਾਰਡਰ ਜਾਂ ਉੱਥੇ ਕੀਤਾ, ਉਹਨਾਂ ਹੀ ਪੁਲਿਸ ਆਫੀਸਰਾਂ ਨੂੰ ਰਾਸ਼ਟਰਪਤੀ ਅਵਾਰਡ ਲਈ ਮੈਂ ਉਹ ਕਰਨਾ, ਇਹ ਬਹੁਤ ਵੱਡੀ ਮੇਰਾ ਖਿਆਲ ਹੈ ਕਿ ਚੜਾਉਣ ਵਾਲੀ ਗੱਲ ਆ, ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ। ਕਿਸਾਨ ਨੂੰ ਅਸੀਂ ਆਂਦਾ ਤਾਂ ਕਹਿੰਦੇ ਹਾਂ, ਤੇ ਉਹਨਾਂ 'ਤੇ ਗੋਲੀਆਂ ਚਲਾਉਣ ਵਾਲੇ ਨੂੰ ਅਸੀਂ ਪ੍ਰੈਜ਼ੀਡੈਂਟ ਅਵਾਰਡ ਲਈ, ਰਾਸ਼ਟਰਪਤੀ ਮੈਡਲ ਲਈ ਤੁਹਾਨੂੰ ਰਿਕਮੈਂਡ ਕਰਦੇ, ਇਹ ਬਹੁਤ ਗਲਤ ਗੱਲ ਹੈ। ਇਹਦੇ 'ਤੇ ਵੀ ਪਾर्लियामेंट 'ਚ ਗੱਲ ਕੀਤੀ जाएगी। जी देखिए, किसानों के साथ बहुत बड़ा धोखा किया गया। जब किसानी आंदोलन उठाया गया यूपी की इलेक्शंस देखते हुए, उस समय प्रधानमंत्री जी ने एक अपनी ज़बान दी थी इन किसानों को कि उनकी मांगों को पूरा किया जाएगा, जिसमें से एक था कि लीगल गारंटी फॉर MSP, और जो केस वगैरह लगाए गए हैं किसानों के ऊपर वो सब वापस किए जाएंगे। 4-5 चीज़ें और थी। कमेटी बनाई जाएगी जिसमें किसान की रिप्रेजेंटेशन होएगी, लेकिन मैंने तो ऑल पार्टी मीटिंग में भी कल यही उठाया था कि देश के प्रधानमंत्री की ज़बान भी ना रखी जाए तो फिर देश के लोग किस पे विश्वास करें कि इतने सालों बाद एक बार फिर किसान को आंदोलन पे बैठना पड़ रहा है। और क्योंकि जो ज़बान दी गई थी वो पूरी आज तक नहीं हुई है। और अब और भी बड़ी हैरानी की बात जो पता लगी है कि जब किसानों को 15 फरवरी को दोबारा आंदोलन करने पे मजबूर हुए, क्योंकि उनकी मांगे प्रधानमंत्री जी ने पूरी नहीं करी थी, तो अब पता लग रहा है कि जिन पुलिस के अफसरों ने किसानों के ऊपर इतनी बड़ी तशद्दुद करी, मेरे कॉन्स्टिट्यूंसी का बल्लो पिंड का एक सुखदीप नौजवान, इकलौता बच्चा, अपने इकलौता लड़का अपने माँ-प्यो का, उसके गोली मार के उसकी हत्या हो गई। और जिन लोगों ने गोलियां चलाई, अथरू गैस चलाए, किसानों के ऊपर तशद्दुद करी, उनकी ट्रैक्टर में तोड़-भंन किया, हरियाणा सरकार ने उनको राष्ट्रपति को गैलेंट्री अवार्ड के लिए उनको नियुक्त किया गया है कि ये बड़े बहादुर 6 सिपाहियों ने, अफसरों ने किसानी आंदोलन में बड़ा बढ़िया काम किया। बढ़िया काम आप बॉर्डर पे हमारे वो किसान के बच्चे करते हैं जो देश की रक्षा करते हैं, या ये जो हमारे किसान, हमारे अन्नदाता जो देश का पेट भरते हैं, वो अपनी मांगों के लिए दिल्ली जाना चाह रहे हैं। और हरियाणा की पुलिस ने उनको ऐसे मारा जैसे कोई पाकिस्तान बॉर्डर के बैठे हुए लोग हैं, और आपने ऐसा पंजाब का बॉर्डर सील कर दिया। और हमारे पंजाब सरकार के मुख्यमंत्री ने ना हमारे किसानों का साथ दिया, ना जो नौजवान लड़का जो मारा गया पंजाब का, ना उसके ऊपर कोई इंक्वायरी बैठाई, बल्कि ये जो अब इसी से देश की सरकार को अब इतना हौसला मिल गया कि हरियाणा सरकार उनको गैलेंट्री अवार्ड दे रही है जो किसानों को मार रही है। तो मैं तो हैरान हूँ कि ये हो क्या रहा है। और मेरे हिसाब से यही कारण है कि एनडीए सरकार की जो मेजॉरिटी नहीं आई, 400 पार का सपना देखते देखते 300 भी नहीं पार कर सके, वो कारण ही ये है कि किसानों की नाराज़गी इस सरकार के, और जे किसानों की नाराज़गी ये दूर नहीं करेंगे तो इस सरकार के दिन बहुत लंबे चौड़े नहीं चलने वाले हैं। और मैं यहीं पे स्ट्रॉन्ग विपक्ष जो बनाया है, जो इंडिया अलायंस बना है, जिसमें कांग्रेस सबसे बड़ी पार्टी है, यही कांग्रेस पार्टी ने जब किसान बिल पास किए जा रहे थे नंबरों के ज़ोर ज़बर से, जो वॉकआउट नहीं किया होता, जे राहुल गांधी विदेश नहीं भागे होते, जे आम आदमी और कांग्रेस पार्टी वॉकअप नहीं करती, शायद उस टाइम से हम कोई लड़ाई लड़ सकते। तो अब तो आपको देश के लोगों ने एक मजबूत विपक्ष बनाया है। इतनी सारी आप पार्टियां कुर्सी की खातिर आप इकट्ठे हो गए, अब किसानों की खातिर इकट्ठे होइए और लड़िए उस पार्लियामेंट में किसान के हक में। मैम, सरकार ने ये भी कहा है कि जो प्राइवेट मेंबर बिल है वो भी लेकर आएंगे। किसाना ने क्या कि प्राइवेट मेंबर बिल, देखो, एक किसाना तो कैन तो पहले, मेरा तो प्राइवेट मेंबर बिल पहले से ही तैयार था। मैं अभी उनको दिखा के आई हूँ कि उनके बोलने से पहले ही मैंने तो अपना प्राइवेट मेंबर बिल तैयार करके रखा है इसमें इसको फाइल करने के लिए। लेकिन मैं अपने 16 साल के तजुर्बे से ये भी बता सकती हूँ, क्योंकि एक कमेटी होती है जो डिसाइड करती है कि कौन सा प्राइवेट मेंबर बिल को एडमिट करना है, नहीं करना है। और जैसे अमर सिंह जी ने बताया कि 5 साल से उन्होंने जो बिल डाले उसमें कोई ना कोई बहाना ढूंढ के वो एडमिट ही नहीं होता है। और ये बिल्कुल सही है। 15 साल से मुझे लगता है शायद मैंने एक बिल शायद देखा होगा जो एडमिट हुआ है, नहीं तो किसी का एडमिट ही नहीं होता है। और अभी जहाँ तक मुझे नॉलेज है, क्योंकि नई पार्लियामेंट हुई है, जो कमेटी बनती है जो ये देखती है कि कौन सा बिल एडमिट करना है, नहीं, मेरे ख्याल से अभी कोई कमेटी गठित भी नहीं हुई है। सो ये बिल कर देंगे, लेकिन ये एक सरसरी एक पोस्चरिंग है, इससे कुछ हल नहीं होना। लड़ाई ज़मीन पे लड़नी पड़ेगी और वो ज़मीन की लड़ाई की आवाज़ पार्लियामेंट में गूंजनी चाहिए। नहीं तो मैं ये कह सकती हूँ कि जब मनमोहन सिंह जी प्राइम मिनिस्टर से, तो एक कमेटी के जिनके चेयरमैन प्रधानमंत्री मोदी जी खुद थे,
उस कमेटी ने रेकमेंड किया था कि एमएसपी को लीगल गारंटी बनाई जाए और वो पब्लिक डोमेन में अवेलेबल है। तो प्रधानमंत्री जी बहुत भली भांति जानते हैं कि किसानों की इसकी ज़रूरत है। उन्होंने खुद उस समय के प्रधानमंत्री को रेकमेंड किया था, लेकिन जब तक वो खुद प्रधानमंत्री बने तो क्या बदल गया ये सिर्फ वही जान सकते हैं। तो ये एक लड़ाई ज़मीन पे, और मैंने किसानों ग्रुप को भी मैंने ये भी बेनती करी है कि एमएसपी की लड़ाई ज़रूर लड़ें, लेकिन इंश्योरेंस, क्रॉप इंश्योरेंस की लड़ाई इक्वली इम्पॉर्टेंट। अब जब आपकी फसल मरी गई तो एमएसपी तो मिलनी नहीं है, कम से कम इंश्योरेंस तो मिले। और जिस तरह से अब हालात हो रहे हैं, कभी बाढ़ आ रही है, कभी सूखा पड़ रहा है, कभी फ्लडिंग हो रही है, तो इस हिसाब से तो क्रॉप इंश्योरेंस इक्वली इम्पॉर्टेंट है कि किसान की फसल मरे उसको कुछ तो मुआवजा मिले। जो